हो रहा है तो ये सक्यूलेंट स्टेम है। सक्यूलेंट मीन भी दैट कैन प्रिजर्व द वाटर। ਤੇ ਤੁਸੀਂ ਇਹਦੇ ਉੱਪਰ ਕੀ ਵੇਖ ਰਹੇ ਹੋ? ਇਹਦੇ ਉੱਪਰ ਤੁਸੀਂ ਵੇਖ ਰਹੇ ਹੋ these are the thorns, ਕੰਡਿਆਂ ਵਰਗੀਆਂ ਰਚਨਾਵਾਂ, thorn like structures। ਤੇ ਇਹ ਕੀ ਹੈ? ਇਹ ਮੋਡੀਫਾਈਡ ਲੀਵਸ ਹੈ। ਇੱਕ ਬੇਟੇ ਆਹ ਚੀਜ਼ ਵੇਖ ਰਹੇ ਹੋ ਗੁਲਾਬੀ ਜਿਹੇ ਰੰਗ ਦੀ, ਪਿੰਕ ਕਲਰ ਦੀ, these are the fruits of desert। ਭਾਈ ਇਹਦੇ ਬਾਰੇ ਥੋੜਾ ਜਿਹਾ ਮੈਂ ਹਟ ਕੇ ਦੱਸਣ ਲੱਗਿਆ। ਇਹਦੀ ਇਕਨੋਮਿਕ ਇੰਪੋਰਟੈਂਸ ਬਹੁਤ ਜ਼ਿਆਦਾ ਹੈ। ਇਹ ਮੈਡੀਸਿਨਲ ਵੈਲਿਊ ਅੱਛੀ ਹੈ। ਇਹ ਫਰੂਟ ਐਡੀਬਲ ਹੈ, ਬੜਾ ਟੇਸਟੀ ਹੁੰਦਾ ਹੈ ਤੇ ਇਹ ਸਾਡੇ ਮਤਲਬ ਕਿ ਬੋਡੀ ਦੇ ਵਿੱਚ ਇਲੈਕਟ੍ਰੋਲਾਈਟ ਬੈਲੈਂਸ ਪਲੱਸ ਸਾਡੇ ਇਮਿਊਨ ਸਿਸਟਮ ਇਨਹਾਂਸਰ ਦਾ ਕੰਮ ਕਰਦਾ ਹੈ। ਠੀਕ ਹੈ, ਸ਼ਾਇਦ ਤੁਹਾਡੇ ਚੋਂ ਬਹੁਤ ਸਾਰੇ ਬੱਚਿਆਂ ਨੇ ਖਾਧਾ ਵੀ ਹੋਵੇ ਪਰ ਇਹਨੂੰ ਖਾਣਾ ਬੜਾ ਔਖਾ ਹੁੰਦਾ ਹੈ। ਤੇ ਇਹਦਾ ਸਾਇੰਟਿਫਿਕ ਨੇਮ ਹੈ ਬੇਟੇ ਅਪੰਸ਼ੀਆ। ਦਿਸ ਇਜ਼ ਅਪੰਸ਼ੀਆ। ਤੇ ਸਾਨੂੰ ਇਹਦੇ ਕਰੈਕਟਰਸ ਵੇਖ ਕੇ ਸਾਨੂੰ ਪਤਾ ਲੱਗ ਜੂ, ਇਹਦੀ ਮਾਰਫੋਲੋਜੀ ਵੇਖ ਕੇ ਵੀ ਇਹ ਕਿੱਥੇ ਮਿਲਦਾ ਹੈ। ਠੀਕ ਹੈ, ਤਾਂ ਹੁਣ ਇਹਦੇ ਅਸੀਂ ਮਾਰਫੋਲੋਜੀ ਵੇਖੀਏ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਟਸ ਫਾਊਂਡ ਇਨ ਦ ਡੈਜ਼ਰਟ, ਕਿਉਂਕਿ ਇਹਦੇ ਜਿਹੜੇ ਲੀਫ ਹੈ, ਸੌਰੀ ਜਿਹੜਾ ਸਟੈਮ ਹੈ ਉਹ ਫਲੈਟ ਹੋ ਗਿਆ, ਲੀਫ ਥੌਰਨ ਲਾਈਕ ਹੋ ਗਏ ਤੇ ਇਹ ਸਕੂਲੈਂਟ ਹੋ ਗਿਆ, ਦੈਟ ਮੀਨਸ ਵਾਟਰ ਪ੍ਰੀਜ਼ਰਵਡ ਹੈ। ਤਾਂ ਇਹ ਸਾਨੂੰ ਕੀ ਹੈ? ਇਹਦੀ ਮਾਰਫੋਲੋਜੀ ਤੋਂ ਪਤਾ ਲੱਗਿਆ। ਦਿਸ ਇਜ਼ ਦ ਸੈਕੰਡ ਇੰਪੋਰਟੈਂਸ। ਪਹਿਲੀ ਸੀ ਕਿ ਸਾਨੂੰ ਪਤਾ ਲੱਗ ਜਾਂਦਾ ਵੀ ਇਟ ਐਡੀਬਲ ਔਰ ਨਾਟ ਐਡੀਬਲ। ਇੱਥੇ ਸਾਨੂੰ ਪਤਾ ਲੱਗ ਗਿਆ ਵੀ ਇਹਦਾ ਹੈਬਿਟੇਟ ਤੇ ਇਹਦੇ ਕਰੈਕਟਰਿਸਟਿਕਸ ਕੀ ਹੈ। ਇਹ ਕਿਹਦੇ ਤੋਂ ਪਤਾ ਲੱਗਿਆ? ਇਹਦੀ ਮਾਰਫੋਲੋਜੀ ਤੋਂ। ਚਲੋ ਅੱਗੇ ਆ ਜਾਓ ਬਈ। ਹੁਣ ਅੱਗੇ ਬਈ ਹੁਣ ਆਪਣੇ ਕੋਲ ਹੈ ਕੋਮਲਪ੍ਰੀਤ ਕੌਰ। ਕੋਮਲ ਆ ਕੀ ਹੈ ਬੇਟੇ? ਲੋਟਸ। ਲੋਟਸ। what is its scientific name? its scientific name is Nelumbo nucifera। ਇਹ ਕਿੱਥੇ ਮਿਲਦਾ ਹੈ ਕੋਮਲ? ਇਹਦਾ ਹੈਬਿਟੇਟ ਮਡੀ ਪੌਂਡਸ। ਹਾਂ, ਮਡੀ ਪੌਂਡਸ। ਠੀਕ ਹੈ, ਤਾਂ ਇਹਦੇ ਵਿੱਚ ਵੇਖੋ ਬੇਟੇ ਵੀ ਇਹਦੇ ਜਿਹੜੇ ਲੀਫ ਹੈ ਨਾ ਉਹ ਵੱਡੇ ਵੱਡੇ ਹੈ। ਤਾਂ ਉਹਨੂੰ ਵੱਡੇ ਕਿਉਂ ਹੋਣਗੇ? ਕਿਉਂਕਿ ਉਹਨਾਂ ਨੇ ਵਾਟਰ ਸਰਫੇਸ ਤੇ ਫਲੋਟ ਕਰਨਾ ਹੈ। ਜੇ ਇਹਦਾ ਸਟੈਮ ਕੱਟ ਕੇ ਵੇਖੀਏ ਤਾਂ ਯੂ ਵਿਲ ਸੀ ਦਾ 에ਅਰ ਕਨਾਲਸ, ਏਰਨਕਾਈਮੇਟਸ ਟਿਸ਼ੂ, ਕਿਉਂਕਿ ਇਹਨੇ ਵਾਟਰ ਤੇ ਫਲੋਟ ਕਰਨਾ ਹੈ। ਠੀਕ ਹੈ, ਜੇ ਤੁਸੀਂ ਇਹਦੀ ਮਾਰਫੋਲੋਜੀ ਸਟੱਡੀ ਕਰੋ ਵੀ ਮੈਂ ਮੰਨ ਲਓ ਤੁਹਾਨੂੰ ਪਾਣੀ ਚੋਂ ਕੱਢ ਕੇ ਪਲਾਂਟ ਫੜਾ ਦਿੱਤਾ ਵੀ ਬੇਟੇ ਆਇਡੈਂਟੀਫਾਈ ਕਰੋ ਵੀ ਇਹ ਕਿੱਥੇ ਹੁੰਦਾ ਹੈ, ਇਹਦਾ ਹੈਬਿਟੇਟ ਕੀ ਹੈ। ਤੁਸੀਂ ਇਹਦੇ ਕਰੈਕਟਰਸ ਵੇਖੋਗੇ, ਮਾਰਫੋਲੋਜੀ ਸਟੱਡੀ ਕਰੋਗੇ ਤੇ ਤੁਸੀਂ ਦੱਸ ਦਿਓਗੇ ਵੀ ਸਾਰੇ ਇਹ ਇਟਸ ਏ ਕੁਐਟਿਕ ਪਲਾਂਟ। ਠੀਕ ਹੈ, ਤਾਂ ਇਹ ਸਰਫੇਸ ਫੀਡਰ ਹੈਗਾ ਜਿਹੜਾ ਸਰਫੇਸ ਤੇ ਚੱਲਦਾ ਹੈ। ਹੁਣ ਦੇਖੋ ਇਹਦੇ ਲੀਫ ਤੁਹਾਨੂੰ ਦਿਖਾ ਰਿਹਾ ਹੈ, ਤੁਸੀਂ ਵੇਖੋ ਵੀ ਇਹਦੇ ਉੱਪਰ ਜਿਹੜੇ ਲੀਫ ਹੈ ਨਾ, ਲੀਫ ਦੇ ਉੱਪਰ ਜਿਹੜੇ ਵਾਟਰ ਡ੍ਰੌਪਲੇਟਸ ਹੈ ਉਹ ਖੜੇ ਹੈ ਜਿਵੇਂ ਕਿਸੇ ਓਇਲੀ ਸਰਫੇਸ ਤੇ ਆਪਾਂ ਛੱਡ ਦਈਏ। ਤਾਂ ਇਹਦਾ ਆਊਟਰ ਸਰਫੇਸ ਇਜ਼ ਓਇਲੀ। ਠੀਕ ਹੈ, ਥਿਕ ਕਿਊਟੀਕਲ ਹੁੰਦੀ ਹੈ ਇਹਦੇ ਹੇਠਾਂ, ਇਹਦੇ ਮਿਊਸੀਲੇਜ ਹੁੰਦੀ ਹੈ। ਤਾਂ ਉਹ ਕਾਹਤੋਂ ਹੁੰਦੀ ਹੈ? ਟੂ ਪ੍ਰੋਟੈਕਟ ਇਟ ਫਰੋਮ ਦਾ ਐਡਵਰਸ ਇਫੈਕਟ ਆਫ ਵਾਟਰ। ਪਾਣੀ ਦੇ ਜਿਹੜੇ ਐਡਵਰਸ ਇਫੈਕਟ ਆ ਉਹ ਤੋਂ ਬਚਾਉਣ ਵਾਸਤੇ। ਤਾਂ ਇਹ ਕੀ ਚੀਜ਼ ਹੈ ਬੇਟੇ ਵੀ ਇਹ ਸਾਨੂੰ ਇਹਦੀ ਮਾਰਫੋਲੋਜੀ ਤੋਂ ਪਤਾ ਲੱਗਿਆ। ਠੀਕ ਹੈ, ਵੇਖੋ ਵੱਡਾ ਸਾਰਾ ਲੀਫ ਹੈ ਤਾਂ ਵੱਡਾ ਸਾਰਾ ਲੀਫ ਹੈ ਤਾਂ ਵਾਟਰ ਤੇ ਫਲੋਟ ਕਰੂਗਾ। ਏਰਨਕਾਈਮੇਟਸ ਟਿਸ਼ੂ ਭਾਵ ਏਰਨਕਾਈਮੇਟਸ ਮੀਨਸ ਕਿ ਜਿਹਦੇ ਚ 에ਅਰ ਸਟੋਰ ਹੁੰਦੀ ਹੈ, ਉੱਥੋਂ ਡਾਇਰੈਕਟ ਕਲੀਅਰ ਹੋ ਗਿਆ ਵੀ ਇਹਨੇ ਫਲੋਟ ਕਰਨਾ ਹੈ ਵਾਟਰ ਸਰਫੇਸ ਤੇ। ਸੋ ਇਹ ਮਾਰਫੋਲੋਜੀ ਤੋਂ ਸਾਨੂੰ ਪਤਾ ਲੱਗਦਾ ਹੈ। ਸੋ ਦਿਸ ਇਜ਼ ਦਾ ਥਰਡ ਇੰਪੋਰਟੈਂਸ ਆਫ ਫॉर ਦਾ ਸਟੱਡੀ ਆਫ ਮਾਰਫੋਲੋਜੀ। ਹੁਣ ਆ ਦੱਸੋ ਬਈ, ਆ ਕੌਣ ਦੱਸੂਗਾ? ਇਹ ਦੱਸੂਗੀ ਆਪਣੇ ਨਿਮਰ। व्हाट इज दिस? निमर ने कदे देखा नहीं बेचारी ने ये। यस निमर सर मैंग्रोव प्लांट्स। निमर ने तो पता सी। चलो मैंग्रोव प्लांट्स। ਤੇ ਬੇਟੀ ਇਹਦੇ ਵਿੱਚ ਕੀ ਹੁੰਦਾ ਹੈ? ਇਹ ਨੀਅਰ ਟੂ ਮਾਰਸ਼ੀ ਏਰੀਆ ਮਿਲਦੀ ਹੈ ਤਾਂ ਉੱਥੇ ਹੇਠਾਂ ਅੰਡਰਗਰਾਉਂਡ ਵਾਟਰ ਬਹੁਤ ਜ਼ਿਆਦਾ ਹੁੰਦਾ ਹੈ, ਆਕਸੀਜਨ ਸਪਲਾਈ ਘੱਟ ਹੁੰਦੀ ਹੈ ਤੇ ਇਹਦੀਆਂ ਜਿਹੜੀਆਂ ਰੂਟਸ ਹੈ ਉੱਪਰ ਆ ਜਾਂਦੀਆਂ ਵਾਪਸ। ਇਹਨਾਂ ਦੇ ਉੱਪਰ ਨਾ ਛੋਟੇ ਛੋਟੇ ਛੇਕ ਹੁੰਦੇ ਹੈ, ਛੇਕ ਹੁੰਦੀ ਹੈ। these are the nematophores। ਤੇ ਹੁਣ ਤੁਹਾਨੂੰ ਮਾਰਫੋਲੋਜੀ ਤੋਂ ਪਤਾ ਲੱਗਿਆ ਵੀ these are the roots। ਤੇ ਜੇ ਰੂਟ ਦੇ ਵਿੱਚ ਸਾਹ ਲੈਣ ਲਈ ਛੋਟੇ ਛੋਟੇ ਪੋਰਸ ਹੈ ਜਿਹਨਾਂ ਨੂੰ nematophore ਕਹਿੰਦੇ ਆ, ਤਾਂ ਦੈਟ ਮੀਨ ਕਿੱਥੇ ਮਿਲਣਗੇ? ਜਿੱਥੇ ਸੋਇਲ ਦੇ ਵਿੱਚ 에ਅਰ ਘੱਟ ਹੈ, ਕਿਉਂਕਿ ਉਹ ਰੂਟਸ ਉੱਪਰ ਨੂੰ ਹੋਣਗੀਆਂ। ਸੋ these are the mangrove plants and they ਇਹਨਾਂ ਦੀਆਂ ਜਿਹੜੀਆਂ ਰੂਟਸ ਹੈ ਉਹ ਉੱਪਰ ਆ ਜਾਂਦੀਆਂ। ਤਾਂ ਇਹਨਾਂ ਦੇ ਕਰੈਕਟਰਿਸਟਿਕਸ ਬਾਰੇ ਆਪਾਂ ਨੂੰ ਜਿਹੜੀ ਮੋਡੀਫਿਕੇਸ਼ਨ ਹੋਈ ਹੈ ਰੂਟਸ ਦੇ ਵਿੱਚ ਉਹ ਕਿੱਥੋਂ ਪਤਾ ਲੱਗਿਆ? from its morphology। so we can see study the morphology as well as adaptations ਵੀ ਜਿਹੜੇ ਇਹਨਾਂ ਦੇ ਵਿੱਚ ਚੇਂजेस ਆ ਰਹੇ ਹੈ। ਹੁਣ ਆ ਕੀ ਹੋਈ ਹੈ? ਤਾਂ ਬੜਾ ਸਿੰਪਲ ਹੈ। ਮਾਨ ਸਾਹਿਬ ਦੱਸੋ ਜੀ।
ਕਾਟਨ ਪਲਾਂਟ ਸਰ ਨਰਮਾ हाँ कॉटन प्लांट। तो भी ये कॉटन प्लांट ਅਸੀਂ क्यों कॉटन क्रॉप क्यों लगाने हैं दसो ਕਿਵੇਂ कॉटन ਸਰ क्रॉप कॉटन क्रॉप ਅਸੀਂ क्यों लगाने हैं ਤੇ ਕੀ ਫਾਇਦਾ ਹੈ ਸਾਨੂੰ ਕਾਟਨ ਲੈਣ ਵਾਸਤੇ ਸਰ फाइबर 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 मिलती है सानू सो बेटे ਇੱਥੇ ਆ ਗਈ ਇਕਨੋਮਿਕ ਇੰਪੋਰਟੈਂਸ ਤਾਂ ਮਾਰਫੋਲੋਜੀ ਤੋਂ ਸਾਨੂੰ ਪਲਾਂਟ ਦੀ ਇਕਨੋਮਿਕ ਇੰਪੋਰਟੈਂਸ ਵੀ ਪਤਾ ਲੱਗਦੀ ਹੈ ਕਿਵੇਂ ਇਕਨੋਮਿਕ ਇੰਪੋਰਟੈਂਸ ਪਤਾ ਲੱਗਦੀ ਹੈ ਉਹਨਾਂ ਆਪਾਂ ਕਾਟਨ ਲਾਈ ਹੈ ठीक है कॉटन क्यों लाई है क्योंकि सानू कॉटन फाइबर चाहिए है तो साडे कपड़े बनते हैं क्लोथ बनते हैं ठीक है उस तो बाद जेडे पिलो है ਜਾਂ ਹੋਰ ਜੋ ਵੀ ਚੀਜ਼ਾਂ ਹੈਗੀਆਂ ਉਹ ਕਾਫੀ ਇਹਦੀ ਇੰਪੋਰਟੈਂਸ ਹੈਗੀ ਹੈ ਸਾਡੇ ਇਹਦੇ ਜਿਹੜੇ ਸੀਡ ਹੈ ਜਿਹਨੂੰ ਆਪਾਂ ਕਾਟਨ ਸੀਡ ਕਹਿ ਦਿੰਦੇ ਆ ਪੰਜਾਬੀ ਚ ਵੜੇਵੇਂ ਕਹਿ ਦਿੰਦੇ ਆ ਇਹਦੇ ਚੋਂ ਆਇਲ ਵੀ ਨਿਕਲਦਾ ਹੈ ਸੋ ਇਟ ਹੈਜ਼ ਇਕਨੋਮਿਕ ਇੰਪੋਰਟੈਂਸ ਤੇ ਇਕਨੋਮਿਕ ਇੰਪੋਰਟੈਂਸ ਸਾਨੂੰ ਕਿਹਦੇ ਤੋਂ ਪਤਾ ਲੱਗੂਗੀ ਇਹਦੀ ਮਾਰਫੋਲੋਜੀ ਤੋਂ ਬਾਹਰੋਂ ਵੇਖ ਕੇ सो सेकंड थिंग इंपॉर्टेंस ऑफ मार्फोलॉजी ये भी सानू प्लांट्स की इकोनॉमिक इंपॉर्टेंस दसता है एक ही है बेटे ये देखिए किसी ने क्रॉप इधर तो तुहानू पता है क्रॉप नहीं देखी होनी दिस इज द ग्राउंड नट ठीक है तो ये काहदे लई यूज होंदी है इट्स यूज्ड फॉर पीनट ये काहदे लई यूज होंदी है फॉर ऑयल इट्स आल्सो एडिबल ठीक है तो इत्थे की है सानू एदी मॉर्फोलॉजी तो एदी इकोनॉमिक इंपॉर्टेंस पता लगदी पई है भी लेट मान लो अपने आ कुड़ी हैगी है जैस्मीन जैस्मीन ने प्लांट ही नहीं देखा ठीक है जेड़ा पीनट प्लांट है ये देखा ही नहीं तो फिर ये एदे तो सीड्स किवें एक्सट्रैक्ट करूगी इहनूं तो पता ही नहीं कि एदे सीड्स दी इंपॉर्टेंस की है ठीक है तो वो सानू इंपॉर्टेंस कित्थों पता लगदी है फ्रॉम द मॉर्फोलॉजी ਤਾਂ ਮੋਰਫੋਲੋਜੀ ਸਾਨੂੰ ਜਿਹੜੀ ਹੈ ਇਕਨੋਮਿਕ ਇੰਪੋਰਟੈਂਸ ਤੇ ਸਾਡੇ ਜਿਹੜੇ ਰੋਜ਼ ਦੇ ਮਤਲਬ ਕਿ ਰੂਟੀਨ ਯੂਜ਼ ਦੇ ਵਿੱਚ ਆਉਣ ਵਾਲੀਆਂ ਹੈਗੇ ਆ ਉਹਦੇ ਬਾਰੇ ਵੀ ਦੱਸਦੀ ਹੈ ਚਲੋ ਬਈ ਹੁਣ ਦੱਸੋ ਇਹ ਕੀ ਹੈ ਇਹ ਵੇਖਿਆ ਕਦੇ ਕਿਸੇ ਨੇ ਯੂਜ਼ ਸਾਰੇ ਕਰਦੇ ਆ ਜਿਸ ਤੁਹਾਡੇ ਹਾਂਜੀ फ्लैक्स इंडिगो प्लांट का फ्लावर है इंडिगो नहीं है वैक्स प्लांट भी नहीं है फ्लैक्स सर लैंसीड है FLAX अच्छा नहीं नहीं बेटे दिस इज लिनसीड तो लिनसीड की है वी गेट द ऑयल तो हमने तो ਤੁਹਾਨੂੰ ਸੀਡ ਵਿਖਾਉਣਾ ਸੀਡ ਸਾਰਿਆਂ ਨੇ ਵੇਖੀ ਹੋਣੀ ਹੈ ਥੀਸ ਆਰ ਦ ਲਿਨਸੀਡ ਆਇਲ ਸੀਡਸ ਇਹਨਾਂ ਚੋਂ ਇੱਕ ਆਇਲ ਨਿਕਲਦਾ ਹੈ ਜਿੰਨੇ ਵੀ ਆਪਾਂ ਰਿਫਾਈਨਡ ਆਇਲ ਯੂਜ਼ ਕਰਦੇ ਆ ਉਹਨਾਂ ਚ ਮੈਕਸਿਮਮ ਇਹ ਹੈ ਤਾਂ ਤੁਸੀਂ ਇਸ ਪਲਾਂਟ ਨੂੰ ਨਹੀਂ ਵੇਖਿਆ ਸੀ ਦੈਟ ਮੀਨ ਤੁਹਾਨੂੰ ਇਹਦੀ ਮੋਰਫੋਲੋਜੀ ਨਹੀਂ ਪਤਾ ਸੀ ਤੇ ਮੋਰਫੋਲੋਜੀ ਨਹੀਂ ਪਤਾ ਸੀ ਤਾਂ ਉਹਦਾ ਸਾਨੂੰ ਕੀ ਨੁਕਸਾਨ ਹੋਇਆ ਸਾਨੂੰ ਇਹਦੀ ਇਕਨੋਮਿਕ ਇੰਪੋਰਟੈਂਸ ਦਾ ਨਹੀਂ ਪਤਾ ਲੱਗਿਆ ਸਾਨੂੰ ਇਹਦੇ ਯੂਜ਼ਸ ਦਾ ਨਹੀਂ ਪਤਾ ਲੱਗਿਆ ਠੀਕ ਹੈ ਹੁਣ ਆ ਦੱਸੋ ਬਈ ਵਾਟ ਇਜ਼ ਦਿਸ ਇਹ ਸਾਰਿਆਂ ਨੇ ਵੇਖਿਆ ਜਿਹੜੇ ਬੱਚੇ ਖੇਤ ਜਾਂਦੇ ਆ ਉਹਨਾਂ ਨੂੰ ਪੱਕਾ ਪਤਾ ਹੈ ਚਲੋ ਵੀ ਅੱਜ ਇੱਕ ਨਵਾਂ ਬੱਚਾ ਆਇਆ ਮੈਨੂੰ ਸ਼ਾਇਦ ਉਹਦਾ ਨਾਮ ਹੈ ਰਵੀਲ यस सर हरवील एक ही है बेटे सर फर्न्स शायद हैं की बेटे फर्न्स शायद नहीं चलो भाई मान साहब ਨੂੰ ਪੱਕਾ ਪਤਾ ਹੋਣਾ ਜਾਂਦਾ ਮਾਨ ਖੇਤ ਘੱਟ ਵੱਧ ਹੀ ਜਾਂਦੇ ਸਰ ਮਾਨ ਹੈਗਾ ਕਲਾਸ ਚ ਕਿ ਨਹੀਂ ਹੈਗਾ ਹਾਂਜੀ ਹਾਂਜੀ ਸਰ ਹੈਗੇ ਮਾਨ ਫਿਰ 10000 ਕੀ ਹੈ ਇਹ ਕੀ ਹੈਗਾ ਖੇਤ ਜਾਂਦਾ ਉਹਨੇ ਖੇਤ ਇਟਸ ਕਦੇ ਅ ਕਦੇ ਮਸਟਰਡ ਜਾਂਦਾ ਪਲਾਂਟ ਇਹਨੂੰ ਕੀ ਲੱਗ ਜਾਂਦਾ ਪੰਜਾਬੀ ਚ ਕਹਿ ਦਿੰਦੇ ਆ ਤੇਲਾ ਲੱਗ ਗਿਆ ਸਰ ਉਹਨੂੰ ਤੇਲਾ ਕੀ ਹੁੰਦਾ ਦੈਟਸ ਐਫਿਡਸ ਠੀਕ ਹੈ ਤਾਂ ਇਹ ਕੀ ਹੈ ਇਟਸ ਅਫੈਕਟਡ ਪਲਾਂਟ ਹੁਣ ਜੇ ਤੁਹਾਨੂੰ ਇਹਦੀ ਮੋਰਫੋਲੋਜੀ ਪਤਾ ਹੈ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਸ ਤੇ ਕਿਹਦੀ ਇਨਫੈਕਸ਼ਨ ਹੋ ਰਹੀ ਹੈ ਤੁਸੀਂ ਉਹਨੇ ਇਹ ਨਹੀਂ ਕਹਿ ਸਕਦੇ ਵੀ ਇਹਦਾ ਅਟੈਕ ਉਹਦੇ ਤੇ ਹੋ ਗਿਆ ਵੀਟ ਤੇ ਅਟੈਕ ਹੁੰਦਾ ਹੀ ਨਹੀਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹਦਾ ਅਟੈਕ ਜਿਹੜਾ ਹੈਗਾ ਹੋਰ ਪਲਾਂਟਸ ਤੇ ਹੋ ਗਿਆ ਜੀਜੀਪਸ ਜਿਹਨੂੰ ਬੇਰੀ ਕਹਿ ਦਿੰਦੇ ਉਹਦੇ ਤੇ ਅਟੈਕ ਹੋ ਗਿਆ ਇਹਦਾ ਨਹੀਂ ਹੁੰਦਾ ਤਾਂ ਤੁਹਾਨੂੰ ਪਤਾ ਹੈ ਵੀ ਇਹਦੀ ਪਲਾਂਟ ਦੀ ਮਾਰਫੋਲੋਜੀ ਇਹ ਹੈ ਇਸ ਮੋਰਫੋਲੋਜੀ ਦੇ ਪਲਾਂਟ ਤੇ ਜਿਹੜਾ ਐਫਿਡਸ ਅਟੈਕ ਕਰਦੇ ਹੈ ਤਾਂ ਦਿਸ ਇਜ਼ ਦਾ ਮਸਟਰਡ ਪਲਾਂਟ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਉਹਦੇ ਤੇ ਕਿਹੜਾ ਇਨਸੈਕਟ ਅਟੈਕ ਕਰ ਸਕਦਾ ਹੈ ਜਾਂ ਕਿਹੜੀ ਡਿਜ਼ੀਜ਼ ਹੋ ਸਕਦੀ ਹੈ ਚਲੋ ਫਿਰ ਹੁਣ ਕਥੂਰੀਆ ਸਾਹਿਬ ਦੱਸਣਗੇ ਵੀ ਆਹ ਕੀ ਹੈ
ਇੱਕ ਹਾਂਜੀ ਪਾਰਸ ਜੀ ਲੀਵ ਦਾ ਨਾਮ ਨਹੀਂ ਪਤਾ ਲੀਵ ਹੈ ਕੀ ਦਿਖਦਾ ਪਿਆ ਹੈ? ਕਿਹੜੇ ਪਲਾਂਟ ਦਾ ਲੀਫ ਹੋ ਸਕਦਾ ਹੈ ਇਹ? ਨਹੀਂ ਇਹਨਾਂ ਪਤਾ ਦਿਨਾਂ 'ਚ ਜੀ। ਬੜਾ ਕਾਮਨ ਹੈ ਵੀ Grapes ਇਸੇ ਦਾ? ਵੈਜੀਟੇਬਲ ਹਿੱਟ ਦੇ ਦਿੰਦੇ ਤੁਹਾਨੂੰ। Sir, grape. ਅੱਜ ਜਿਹੜੀ ਬਾਰਿਸ਼ ਹੋ ਗਈ ਉਹਦੇ ਨਾਲ ਇਹ ਡਿਜ਼ੀਜ਼ ਹੋ ਜਾਣੀ ਹੈ ਇਸ ਕ੍ਰੌਪ ਨੂੰ। ਹਾਂ ਵੀ ਗੁਰਨੂਰ ਸਿੰਘ ਦੇਖਿਆ? ਯੈਸ ਗੁਰਨੂਰ। ਨਹੀਂ ਓਏ ਇਹ ਹੈਗਾ ਨਹੀਂ ਸਰ ਓਕਰਾ ਲੇਡੀ ਫਿੰਗਰ। ਤੇ ਤੁਹਾਨੂੰ ਮੈਂ ਇੱਥੇ ਇੱਕ ਬੜੀ ਖਾਸ ਚੀਜ਼ ਹੋਰ ਦੱਸ ਦਿਆਂ। ਸਾਇੰਸ ਦੇ ਇੰਟਰਨੈਸ਼ਨਲ ਜਿਹੜਾ ਨੋਮਨਕਲੇਚਰ ਹੈ ਉਹਦੇ ਵਿੱਚ ਇਹਦਾ ਜਿਹੜਾ ਵਰਨੀਕੂਲਰ ਨੇਮ ਭਿੰਡੀ ਸੈਪਟ ਹੋ ਗਿਆ, ਹੁਣ ਇਹਨੂੰ ਲੇਡੀ ਫਿੰਗਰ ਨਹੀਂ ਕਹਿੰਦੇ। ਯਾਦ ਰੱਖਿਓ ਇੰਗਲਿਸ਼ 'ਚ ਵੀ ਇਹਨੂੰ ਭਿੰਡੀ ਹੀ ਬੋਲਦੇ ਆ, ਠੀਕ ਹੈ। ਤਾਂ ਇਹਦੇ ਵਿੱਚ ਵੇਖੋ ਪੁੱਤ, ਦਿਸ ਇਜ਼ ਦਾ ਯੈਲੋ ਵੇਨ ਮੋਜ਼ੈਕ। ਪੀਲੀਆਂ ਹੋ ਗਈਆਂ ਇਹਦੀਆਂ ਵੇਨਸ। ਇਟਸ ਅ ਡਿਜ਼ੀਜ਼, ਠੀਕ ਹੈ। ਤਾਂ ਹੁਣ ਤੁਹਾਨੂੰ ਪਤਾ ਹੈ ਵੀ ਜਿਹੜੀ ਫੈਮਿਲੀ ਹੈਗੀ ਹੈ, ਇਹ ਜਿਵੇਂ ਕਾਟਨ ਆ ਗਈ, ਭਿੰਡੀ ਆ ਗਈ, ਇਹ ਸਾਰੇ ਸੇਮ ਮਾਲਵੇਸੀ ਨੂੰ ਬਿਲੋਂਗ ਕਰਦੇ ਆ। ਸਾਰਿਆਂ ਦੇ ਕਰੈਕਟਰ ਸੇਮ ਹੈ। ਤਾਂ ਇਹਨਾਂ ਦਿਨਾਂ ਦੇ ਵਿੱਚ ਇਹ ਡਿਜ਼ੀਜ਼ ਇਹਨਾਂ ਕ੍ਰੌਪਸ ਨੂੰ ਹੁੰਦੀ ਹੈ। ਜੇ ਮਾਰਫੋਲੋਜੀ ਪਤਾ ਹੈ ਤਾਂ ਤੁਸੀਂ ਪਤਾ ਲਗਾ ਸਕਦੇ ਹੋ। ਤਾਂ ਇਹ ਆਪਾਂ ਸਿਰਫ ਅੱਜ ਇੰਟਰੋ ਕਰ ਰਹੇ ਹਾਂ ਵੀ ਵਾਟ ਇਜ਼ ਦਾ ਇੰਪੋਰਟੈਂਸ ਆਫ ਮਾਰਫੋਲੋਜੀ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਤੇ ਐਂਜੀਓਸਪਰਮ ਡਾਈਵਰਸਿਟੀ, ਪਹਿਲਾਂ ਆਪਾਂ ਸਾਈਜ਼ ਦੀ ਗੱਲ ਕਰਾਂਗੇ ਬਈ। ਸਾਈਜ਼ ਮੈਨੂੰ ਦੱਸੂਗੀ ਬਈ ਨਿਮਰ, ਵਾਟ ਆਰ ਐਂਜੀਓਸਪਰਮਸ ਬੇਟੇ? ਨਿਮਰ, ਵਾਟ ਆਰ ਐਂਜੀਓਸਪਰਮਸ? Sir, ਜਿਨ੍ਹਾਂ ਦਾ reproduction ਕਰਦੇ ਆ ਜਿਹੜੇ ਸਾਰੇ ਕਰਦੇ ਆ ਜੀ vegetative ਰਿਪਰੋਡਕਸ਼ਨ ਤੇ reproduction, ਵੈਜੀਟੇਟਿਵ ਸਾਰੇ vegetative ਤੇ ਦੋਵੇਂ ਪਾਸ ਹੁੰਦੇ। ਜਿਹੜੇ ਫਲਾਵਰਿੰਗ ਪਲਾਂਟ ਹੈ, ਐਂਜੀਓਸਪਰਮਸ ਆਰ ਫਲਾਵਰਿੰਗ ਪਲਾਂਟਸ, ਠੀਕ ਹੈ। ਤਾਂ ਜਿਹੜੇ ਨੌਨ ਫਲਾਵਰਿੰਗ ਬਟ ਸੀਡ ਪ੍ਰੋਡਿਊਸਿੰਗ ਹੈ ਉਹ ਹੁੰਦੀ ਹੈ ਜਿਮਨੋਸਪਰਮ। ਤਾਂ ਆਪਾਂ ਐਂਜੀਓਸਪਰਮ ਦੀ ਅੱਜ ਆਪਾਂ ਗੱਲ ਕਰਨੀ ਹੈ। ਤਾਂ ਜਿਹਦੇ ਚ ਆਪਾਂ ਮਤਲਬ ਕਿ ਮਾਰਫੋਲੋਜੀ ਆਫ ਫਲਾਵਰਿੰਗ ਪਲਾਂਟਸ ਕਰ ਰਹੇ ਹਾਂ। ਸਾਰੇ ਤੋਂ ਪਹਿਲਾਂ ਸਾਈਜ਼ ਹੋਈ। ਤਾਂ ਵੀ ਕੋਮਲ ਆ ਦੇਖਿਆ ਕਦੇ? No, sir. ਕੋਮਲਪ੍ਰੀਤ, ਤਾਂ ਬੇਟੇ this is the smallest angiospermic plant of the world। ਦੁਨੀਆ ਦਾ ਸਾਰਿਆਂ ਤੋਂ ਛੋਟਾ ਫਲਾਵਰਿੰਗ ਪਲਾਂਟ ਹੈ। this is Wolffia। ਹੁਣ ਇੱਥੇ ਨਾ ਨੀਟ ਪੁਆਇੰਟ ਆਫ ਵਿਊ ਨਾਲ ਨੋਟ ਕਰ ਲਓ ਕਿ ਨੀਟ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਹੈ। ਇਹਦੀਆਂ ਚਾਰ ਚੀਜ਼ਾਂ ਹੈ। ਨੰਬਰ 1, ਇਟਸ ਦਾ ਸਮੋਲੈਸਟ angiospermic plant of the world। angiospermic that means flowering plant, ਠੀਕ ਹੈ। ਨੰਬਰ 2, ਇਟਸ ਰੂਟਲੈਸ ਪਲਾਂਟ, ਇਹਦੇ ਕੋਲ ਰੂਟਸ ਨਹੀਂ ਹੁੰਦੀਆਂ। ਨੰਬਰ 3, ਇਹਦੇ ਉੱਪਰ ਸਿੰਗਲ ਫਲਾਵਰ ਹੁੰਦਾ ਹੈ, ਹਮੇਸ਼ਾ ਸਿੰਗਲ ਫਲਾਵਰ ਪੈਂਦਾ ਹੈ। ਤਾਂ ਬੱਚੇ ਆਪਣੇ ਏਰੀਆ ਦੇ ਵਿੱਚ ਕਾਮਨਲੀ ਪ੍ਰੀਵੇਲਿੰਗ ਹੈ। ਥਰਾਜ ਵਾਲੇ ਸਕੂਲ ਦੇ ਕੋਲ ਨਾ, ਸਕੂਲ ਦੀ ਸਾਈਡ ਤੇ ਇੱਕ ਵੱਡੀ ਸਾਰੀ ਉਹ ਨਾਲੀ ਹੈ, ਉਹਦੇ ਵਿੱਚ ਗ੍ਰੀਨ ਇੱਕ ਕਾਫੀ ਹੈਗੇ ਆ। ਤੇ ਤੁਸੀਂ ਵੀ ਕਿਤੇ ਆਸੇ-ਪਾਸੇ ਦੇਖੇ ਹੋਣੇ ਆ। ਇਹਨਾਂ ਦਿਨਾਂ ਦੇ ਵਿੱਚ ਵੋਲਫੀਆ ਜਿਹੜਾ ਸਟੈਗਨੈਂਟ ਵਾਟਰ ਦੇ ਵਿੱਚ ਆਪਾਂ ਨੂੰ ਕਾਫੀ ਮਿਲਦਾ ਹੈ। ਤੇ ਇਹਦਾ ਜਿਹੜਾ ਸਾਈਜ਼ ਹੈਗਾ 0.1 ਮਿਲੀਮੀਟਰ, 0.1 ਮਿਲੀਮੀਟਰ। ਤੇ ਤੁਸੀਂ ਵੇਖ ਸਕਦੇ ਹੋ ਫਿੰਗਰਸ ਤੇ ਕਿੰਨੇ ਹੈ। ਤੇ ਸਾਇੰਟਿਫਿਕ ਨੇਮ ਇਜ਼ ਵੋਲਫੀਆ। ਇੱਥੇ ਛੋਟੀ ਜਿਹੀ ਇੱਕ ਗਲਤੀ ਕੀਤੀ ਹੋਈ ਹੈ, ਵੋਲਫੀਆ ਨੂੰ ਟੈਲਿਕਸ ਦੇ ਵਿੱਚ ਲਿਖਣਾ ਸੀ ਜਾਂ ਅੰਡਰਲਾਈਨ ਕਰਨਾ ਸੀ। ਜਦੋਂ ਵੀ ਤੁਸੀਂ ਕੋਈ ਸਾਇੰਟਿਫਿਕ ਨੇਮ ਲਿਖਣਾ ਹੈ ਤਾਂ ਉਹਨੂੰ ਜੇ ਤਾਂ ਤੁਸੀਂ ਟਾਈਪ ਕਰ ਰਹੇ ਹੋ ਤਾਂ ਇਟੈਲਿਕਸ ਦੇ ਵਿੱਚ, ਤੇ ਜੇ ਤੁਸੀਂ ਲਿਖ ਰਹੇ ਹੋ ਤਾਂ ਉਹਨੂੰ ਅੰਡਰਲਾਈਨ ਕਰਨਾ ਜ਼ਰੂਰੀ ਹੈ। ਧਿਆਨ ਰੱਖਣਾ ਬੇਟੇ ਇਸ ਗੱਲ ਦਾ। ਤਾਂ ਦਿਸ ਇਜ਼ ਦਾ ਵਰਲਡਸ ਸਮੋਲੈਸਟ ਐਂਜੀਓਸਪਰਮਿਕ ਪਲਾਂਟ, ਦੁਨੀਆ ਦਾ ਸਾਰਿਆਂ ਤੋਂ ਛੋਟਾ ਫਲਾਵਰਿੰਗ ਪਲਾਂਟ। ਚਲੋ ਬਈ, ਹੁਣ ਇਸ ਫਿਗਰ ਦੇ ਵਿੱਚ ਵੇਖੋ ਕੀ ਦਿਖਦਾ ਪਿਆ ਹੈ। ਕੁਛ ਅਲੱਗ ਤੋਂ ਦਿਖਦਾ ਪਿਆ ਹੈ। ਤਾਂ ਬੇਟੇ ਦਿਸ ਇਜ਼ ਦਾ ਪਾਈਨਸ ਟਰੀ। ਇਹ ਐਂਜੀਓਸਪਰਮਿਕ ਹੈ। ਇਹਦੇ ਉੱਪਰ ਤੁਸੀਂ ਕੋਨ ਵੇਖ ਰਹੇ ਹੋ, ਇਹ ਆਪਾਂ ਸਟੱਡੀ ਕਰਨੀ ਹੈ ਅੱਗੇ ਜਾ ਕੇ। ਦਿਸ ਇਜ਼ ਦਾ ਪਾਈਨਸ ਟਰੀ, ਪਲਾਂਟ ਕਿੰਗਡਮ ਚ ਸਟੱਡੀ ਕਰਾਂਗੇ। ਇਹਦੇ ਜਿਹੜੇ ਪੱਤੇ ਹੈ ਉਹ ਨਿਡਲ ਸ਼ੇਪ ਹੁੰਦੇ ਆ। ਤਾਂ ਪਰ ਜਿਹੜੀ ਚੀਜ਼ ਇੱਥੇ ਵੇਖ ਰਹੇ ਹੋ ਨਾ, ਇਟਸ ਦਾ ਸਮੋਲੈਸਟ ਪੈਰਾਸਿਟਿਕ ਪਲਾਂਟ।
ਦਿਸ ਇਜ਼ ਦਾ ਸਮੋਲੈਸਟ ਪੈਰਾਸਿਟਿਕ ਪਲਾਂਟ ਤੇ ਇਹਦਾ ਨਾਮ ਹੈ ਆਰਸੀਓਥੋਬੀਅਮ। ਆਰਸੀਓਥੋਬੀਅਮ ਬੱਚੇ ਇਹ ਵੀ ਨੀਟ ਦਾ ਕੁਐਸਚਨ ਹੈ। ਸਮੋਲੈਸਟ एंजियोस्पर्मिक पैरासिटिक प्लांट, याद रखियो स्मॉलेस्ट एंजियोस्पर्मिक पैरासिटिक प्लांट, इट्स 0.1 सेंटीमीटर। ਇਹਦਾ ਨਾਮ ਹੈ ਆਰਸੀਓਥੋਬੀਅਮ। ਇਹ ਪਾਈਨਸ ਟਰੀ ਤੇ ਹੁੰਦਾ ਹੈ, ਪਾਈਨ ਟਰੀ ਦੇ ਉੱਪਰ ਹੁੰਦਾ ਹੈ। ਇਹ ਚੀਜ਼ ਆਪਾਂ ਧਿਆਨ ਨਾਲ ਦੇਖਣੀ ਹੈ, ਠੀਕ ਹੈ। ਹੁਣ ਆਹ ਦੱਸੋ ਭਈਆ, ਸਾਰਿਆਂ ਨੂੰ ਪਤਾ ਹੈ ਵਟ ਇਜ਼ ਦਿਸ? ਸਰ यूकेलिप्टस ट्री। ਦੱਸੋ ਬਈ ਕੀ ਹੈ ਬੱਚੇ? ਸਰ ਸਫੈਦੇ। ਸਾਰਿਆਂ ਨੇ ਵੇਖਿਆ ਹੋਇਆ ਬਈ, ਤੁਸੀਂ ਸਾਰੇ ਇਹਦੇ ਕਰੈਕਟਰ ਦੇਖਦੇ ਪਏ ਹੋ। ਦੱਸੋ ਜਿਹੜੇ ਬੱਚੇ ਪਿੰਡ 'ਚ ਰਹਿੰਦੇ ਆ, ਜੈਸਮੀਨ ਦੱਸ ਬਈ ਕਿਹੜਾ ਪਲਾਂਟ ਹੈ ਇਹ, ਕਿਹੜਾ ਟਰੀ ਹੈ? ਆਪਣੇ ਪਿੰਡਾਂ 'ਚ ਸਭ ਤੋਂ ਲੰਬਾ ਟਰੀ ਕਿਹੜਾ ਦਿਖਦਾ ਹੈ ਬਈ? ਸਫੈਦਾ ਸਰ। ਸਭ ਤੋਂ ਲੰਬਾ ਟਰੀ ਸਫੈਦਾ ਛੋਟਾ ਹੁੰਦਾ ਹੈ ਕਿ ਵੱਡਾ ਹੁੰਦਾ ਹੈ? ਮੈਂ ਕਿਹਾ ਸੀ ਬਈ ਅੱਜ ਆਪਾਂ ਦੋਵਾਂ ਨੇ ਗੱਲਾਂ ਬਾਤਾਂ ਕਰਨੀਆਂ, ਤਾਂ ਬੱਚੇ ਤੁਸੀਂ ਵੀ ਰਿਸਪੌਂਡ ਕਰਨਾ ਹੈ। ਤੇ ਸ਼ੁਭਮ ਦਾ ਮਾਈਕ ਔਨ ਹੈ। ਸ਼ੁਭਮ ਦੱਸ ਬਈ ਸਫੈਦਾ ਲੰਬਾ ਹੁੰਦਾ ਕਿ ਛੋਟਾ ਹੁੰਦਾ ਹੈ? ਵੱਡਾ ਹੁੰਦਾ। ਸ਼ੁਭਮ ਆਵਾਜ਼ ਨਹੀਂ ਆ ਰਹੀ। ਸਰ ਲੰਬਾ ਹੁੰਦਾ। ਮੇਰੀ ਆਵਾਜ਼ ਆ ਰਹੀ ਹੈ ਬੱਚੇ ਤੁਹਾਡੇ ਤੱਕ? ਹਾਂਜੀ ਸਰ। सो बेटे दिस इज द इक्लिप्टस, इक्लिप्टस रेगनेंस, ठीक है। ये अपने नहीं हुंदा, अदर कंट्रीज क्या है, पर ये सफेदा है। दुनिया का सारे तो लंबा दरख्त, टॉलेस्ट ट्री ऑफ द वर्ल्ड। बट इत्थे एक चीज याद रखो बच्चे, इस तो भी टॉलेस्ट है बट एंजियोस्पर्मिक नहीं है, दैट इज स्क्यूआ। ਉਹਦਾ ਨਾਮ ਹੈ ਸਕਿਊਆ। ਉਹਦੀ ਤੁਹਾਨੂੰ ਮੈਂ ਪਿਕ ਭੇਜਾਂਗਾ। ਤਾਂ ਉਹ ਟॉलेस्ट ट्री है बट वो जिम्नोस्पर्मिक है। जे एंजियोस्पर्मिक की गल करिए तो इक्लिप्टस इज द टॉलेस्ट ट्री। देखो भाई सब तो लंबा दरख्त है, ये अप्रोक्सीमेटली 100 मीटर टॉल, दैट मीन 300 फीट तक जा सकता है। एक भट्ठे की चिमनी तो भी उच्चा, बहुत उच्चा उस तो, ठीक है। वो 80 फीट ते हुंदी है। ਤਾਂ ਇਹਦੇ ਵਿੱਚ ਹੀ ਕੁਝ ਸਪੈਸੀਮਨ ਇਹ ਜਿਹੇ ਵੀ ਵੇਖੇ ਗਏ ਹੈ ਜਿਹੜੇ 130 ਫੀਟ ਹੈ, 130 ਮੀਟਰ ਸੌਰੀ। ਤਾਂ ਇਹਨੂੰ 3 ਨਾਲ ਮਲਟੀਪਲਾਈ ਕਰ ਲਓ, 390 ਫੀਟ, ਦੈਟ ਮੀਨ ਮਤਲਬ ਕਿ 30 to 35 ਸਟੋਰੀ ਬਿਲਡਿੰਗ ਦੇ ਬਰਾਬਰ ਹੋ ਸਕਦੀ ਹੈ ਇਹ। ਤੇ ਥੀਸ ਆਰ ਦ ਟॉलेस्ट ਪਲਾਂਟਸ, ਬਹੁਤ ਲੰਬੇ ਹੁੰਦੇ ਆ। ਚਲੋ ਬਈ ਹੈਬਿਟਸ, सारे तो पहला हर्ब्स। तो हर्ब्स की होंगे बेटे जिन्हां दा स्टेम मतलब कि स्मॉल हुंदा है, सॉफ्ट हुंदा है, ठीक है। ते मोस्टली ये बाइनियल हुंदे है, 1 साल दी लाइफ स्पैन हुंदा है। कोई सॉरी एनुअल, कुछ बाइनियल हुंदे है ते बहुत थोड़े जिहड़े है आपां नूं पेरिनियल भी मिलदे है, ठीक है। तां इह मतलब कि इन्हां दी सब तो वड्डी इंपॉर्टेंस है भी ये सोयल इरोजन ਨੂੰ ਰੋਕਦੇ ਹੈ ਤੇ ਵਾਟਰ ਕੰਜ਼ਰਵੇਸ਼ਨ ਵੀ ਕਰਦੇ ਹੈ। ਇਸ ਚੀਜ਼ ਨੂੰ ਆਪਾਂ ਧਿਆਨ 'ਚ ਰੱਖਣਾ ਹੈ। ਮੋਸਟਲੀ ਇਹਨਾਂ ਦੇ ਸਟੈਮ ਅੰਡਰਗਰਾਉਂਡ ਹੁੰਦੇ ਹੈ। ਤੇ ਸਾਰਿਆਂ ਤੋਂ ਪਹਿਲਾਂ ਤੁਸੀਂ ਪਿਕਚਰ ਦੇ ਵਿੱਚ ਵੇਖੀ ਜਾਂਦੇ ਹੋ ਬਈ 3 ਹਰਬਸ ਦਿਖਦੇ ਪਏ ਹੈ। ਆ ਜਿਹੜਾ ਹਰਬ ਦਿਖਦਾ ਪਿਆ ਹੈ ਇਹ ਦਿਸ ਇਜ਼ ਬਟਰਕਪ, ਦਿਸ ਇਜ਼ ਬਟਰਕਪ, ਠੀਕ ਹੈ। ਤਾਂ ਇਹ 1 ਸਾਲ ਲਾਈਫ ਸਪੈਨ ਹੁੰਦਾ ਹੈ। ਇਹਦੇ 'ਚ ਯੈਲੋ ਕਲਰ ਦਾ ਫਲਾਵਰ ਪੈਂਦਾ ਹੈ। ਇਹਦਾ ਲਾਈਫ ਸਪੈਨ ਕੀ ਹੈ? 1 ਸਾਲ ਦਾ। ਇਹ ਕੋਈ ਹੋਰ ਕ੍ਰੌਪ ਹੈਗੀ ਹੈ ਜਿਹਦਾ ਲਾਈਫ ਸਪੈਨ 1 ਸਾਲ ਹੀ ਹੋਵੇ? ਕੋਈ ਹੋਰ ਕ੍ਰੌਪ ਦੱਸੋ ਜਿਹਦਾ ਲਾਈਫ ਸਪੈਨ 1 ਸਾਲ ਹੀ ਹੋਵੇ? ਹਾਲੇ ਤੱਕ ਵੀ ਆਪਣੇ ਕੋਲ ਰਣਦੀਪ ਸਿੰਘ ਨਹੀਂ ਬੋਲਿਆ। ਰਣਦੀਪ ਸਿੰਘ, ਕੋਈ ਐਸੀ ਕ੍ਰੌਪ ਜਿਹਦਾ ਲਾਈਫ ਸਪੈਨ 1 ਸਾਲ ਹੀ ਹੋਵੇ, ਅਗਲੇ ਸਾਲ ਹੋਵੇ ਹੀ ਨਾ, ਦੁਬਾਰਾ ਬੀਜ ਨਹੀਂ ਪਵੇ? ਕਮਲੇ ਬੰਦੇ ਹੋ, ਮੈਂ ਵਰਡ ਨਾਲ ਯੂਜ਼ ਕਰ ਰਿਹਾ ਕ੍ਰੌਪ। ਕਣਕ ਸਰ। ਮੇਰੀ ਆਵਾਜ਼ ਆ ਰਹੀ ਹੈ ਬੇਟੇ ਤੁਹਾਨੂੰ ਸਾਰਿਆਂ ਨੂੰ? ਯੈਸ ਸਰ। ਚਲੋ ਕੋਈ ਵੀ ਦੱਸੋ ਵੀ ਉਹ ਕ੍ਰੌਪ ਜਿਹੜੀ 1 ਸਾਲ ਲਈ ਹੋਵੇ। ਕਣਕ।
ਸਰ ਸ਼ੂਗਰ ਕੇਨ ਏਕਮਜੋਤ ਨੇ ਮਾਈਕ ਔਨ ਕੀਤਾ। ਹਾਂ ਬਈ ਏਕਮਜੋਤ, ਓਏ ਵੀਟ ਸਰ ਕਣਕ 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 2 ਸਾਲ ਕਦੋਂ ਹੁੰਦੀ ਹੈ? ਰਾਈਸ ਜਿਹਨੂੰ ਆਪਾਂ ਪੰਜਾਬੀ ਚ ਝੋਨਾ ਕਹਿ ਦਿੰਦੇ ਆ, ਕਿੰਨੇ ਸਾਲ ਲਈ ਹੁੰਦੀ ਹੈ? 1 ਸਾਲ ਲਈ। ਇਟਸ ਐਨੂਅਲ ਕ੍ਰੌਪ। ਵੀਟ ਐਨੂਅਲ ਹੈ, ਰਾਈਸ ਐਨੂਅਲ ਹੈ, ਠੀਕ ਹੈ। ਹੋਰ ਕਈ ਕ੍ਰੌਪਸ ਜਿਹੜੀਆਂ ਐਨੂਅਲ ਹੈ, ਆਪਣੇ ਵਾਲੇ ਕੋਲ ਕਾਫੀ ਐਗਜ਼ਾਮਪਲਸ ਹੈਗੀਆਂ। ਆ ਬਾਇਨੀਅਲ ਹੈ ਬਈ। ਇਹ ਪਤਾ ਕੌਣ ਹੈ? ਇਹ ਹੈਗੀ ਹੈ ਹੈਨਬੇਨ। ਹੈਨਬੇਨ ਪਲਾਂਟ ਦਾ ਨਾਮ ਹੈ ਹੈਨਬੇਨ, ਠੀਕ ਹੈ। ਇਹ 2 ਸਾਲ ਲਈ ਹੁੰਦੀ ਹੈ। ਚਲੋ ਫਿਰ ਤੁਸੀਂ ਦੱਸੋ 2 ਸਾਲ ਲਈ ਕਿਹੜੀ ਕ੍ਰੌਪ ਹੁੰਦੀ ਹੈ ਆਪਣੇ? ਵੈਜੀਟੇਬਲ ਹੈ ਉਹ, ਬ੍ਰਿੰਜਲ ਜਿਹਨੂੰ ਆਪਾਂ ਬੈਂਗਣੀ ਕਹਿ ਦਿੰਦੇ ਆ, ਇਹ 2 ਸਾਲ ਲਈ ਹੁੰਦੀ ਹੈ। ਹੋਰ ਕਿਹੜੀ 2 ਸਾਲ ਲਈ ਹੁੰਦੀ ਹੈ? ਸੋਲਾਨੇਸੀ ਫੈਮਿਲੀ ਨੂੰ ਬਿਲੋਂਗ ਕਰਦੀ ਹੈ। ਮਿਰਚ, ਚਿਲੀ, ਠੀਕ ਹੈ। ਇੱਥੇ ਇਹਦੇ ਰਿਲੇਟਡ ਇੱਕ ਤੁਹਾਨੂੰ ਬੜੀ ਖਾਸ ਗੱਲ ਹੋਰ ਦੱਸਦਾ ਤਾਂ ਬਈ ਹੁਣ ਮੈਨੂੰ ਦੱਸੂਗੀ ਆਪਣੇ ਜੈਸਮੀਨ ਦੱਸੂਗੀ। ਜੈਸਮੀਨ, ਵਾਟ ਇਜ਼ ਦਾ ਟੇਸਟ ਆਫ ਚਿਲੀ? ਸਪਾਈਸੀ। ਸਪਾਈਸੀ। ਚਲੋ ਫਿਰ ਹੁਣ ਹੋਏ ਹੋਏ ਆਪਣੀ ਮੀਟਿੰਗ ਦੀ 10 ਮਿੰਟ ਦੀ ਰਹਿ ਗਈ। ਤੇ ਉਹ ਦੱਸੋ ਬਈ ਕੋਮਲਪ੍ਰੀਤ। ਕੋਮਲਪ੍ਰੀਤ, ਇਹ ਬੜੀ ਸੋਚਣ ਵਾਲੀ ਗੱਲ ਹੈ। ਕੀ ਹੁੰਦਾ ਟੇਸਟ ਬੇਟੇ? ਸਰ ਬਿਟਰ ਸਵੀਟ ਹੁੰਦਾ। ਬਿਟਰ ਸਵੀਟ ਹੁੰਦਾ ਹੈ। ਚਲੋ ਮੈਂ ਦੱਸਦਾ ਪੁੱਤ, ਇਹਦਾ ਕੋਈ ਟੇਸਟ ਨਹੀਂ ਹੁੰਦਾ। ਤੁਸੀਂ ਸੁਣ ਕੇ ਹੈਰਾਨ ਹੋਗੇ। देयर इज नो ਟੇਸਟ ਆਫ ਚਿਲੀ। ਮਿਰਚ ਦਾ ਕੋਈ ਟੇਸਟ ਨਹੀਂ ਹੁੰਦਾ। ਇਟ ਕਾਜ਼ਸ ਦਾ ਪੇਨ ਟੂ ਅਰ ਟੇਸਟ ਬਡ। ਇਹ ਨੋਟ ਕਰ ਲਓ, ਦਿਮਾਗ 'ਚ ਫਿੱਟ ਕਰ ਲਓ। ਚਿਲੀ ਦਾ ਕੋਈ ਟੇਸਟ ਨਹੀਂ ਹੁੰਦਾ। ਇਟ ਕਾਜ਼ਸ ਪੇਨ ਟੂ ਅਰ ਟੇਸਟ ਬਡਸ। ਤੇ ਥਰਡ ਵਨ, ਦਿਸ ਇਜ਼ ਦਾ ਕਾਨਾ। ਤੁਸੀਂ ਇਹਦਾ ਨਾਮ ਕੁਝ ਹੋਰ ਲੈਂਦੇ ਹੋ। ਸਾਰਿਆਂ ਨੇ ਵੇਖਿਆ ਇਹ ਪਲਾਂਟ। ਆਮ ਤੌਰ ਤੇ ਨਾ ਖੇਤਾਂ ਦੇ ਜਿਹੜੀ ਵਾੜ ਕਰਦੇ ਆ ਜਾਂ ਘਰਾਂ ਦੇ ਵਿੱਚ ਕਈ ਵਾਰੀ ornamental ਜਾਂ ਕੋਈ lawn ਵਗੈਰਾ ਬਣੇ ਹੁੰਦੇ ਆ, ਉਹਦੀ ਸਾਈਡਾਂ ਤੇ ਲਗਾ ਦਿੰਦੇ ਆ। ਤੁਸੀਂ ਇਹਨੂੰ ਪੰਜਾਬੀ ਚ ਕਹਿੰਦੇ ਹੋ ਕੇਲੀ। ਇਹ ਤੇ ਬੜੇ ਸੋਹਣੇ ਸੋਹਣੇ ਯੈਲੋ ਜਾਂ ਰੈੱਡ ਕਲਰ ਦੇ ਫਲਾਵਰ ਪੈਂਦੇ ਆ। ਬਟ ਇਟਸ, ਇਹ ਕੀ ਹੈ? ਇਹਦਾ ਸਾਇੰਟੀਫਿਕ ਨੇਮ ਇਜ਼ ਕਾਨਾ। ਅੱਗੇ ਆ ਜਾਓ ਬੇਟੇ। ਅੱਗੇ ਆਪਣੇ ਕੋਲ ਹੈ ਸ਼ਰਬਸ। ਇਹਨਾਂ ਦਾ ਸਲਾਈਟਲੀ ਵੁਡੀ ਸਟੈਮ ਹੁੰਦਾ ਹੈ। ਟਰੰਕ ਇਜ਼ ਐਬਸੈਂਟ। ਟਰੰਕ ਨਹੀਂ ਬਣਦਾ, ਉਹ ਥਿਕ ਨਹੀਂ ਬਣਦਾ, ਠੀਕ ਹੈ। ਐਂਡ ਇਟਸ ਅਪੀਅਰੈਂਸ ਇਜ਼ ਬੁਸ਼ੀ। ਇਹ ਝਾੜੀਦਾਰ ਦਿਖਦੇ ਹੈ। ਹੁਣ ਆਹ ਪਲਾਂਟ ਦੱਸੋ ਬਈ ਇਹ ਕਿਹੜਾ ਹੈ? ਇਹ ਆਪਣੇ ਚ ਇੱਕ ਬੱਚਾ ਬੈਠਾ, ਉਹਦਾ ਨਾਮ ਹੈ ਇਹ ਸਾਡੀ ਕੁੜੀ ਹੈ ਜੈਸਮੀਨ। ਦਿਸ ਇਜ਼ ਜੈਸਮੀਨ, ਠੀਕ ਹੈ। ਦਿਸ ਇਜ਼ ਜੈਸਮੀਨ ਪਲਾਂਟ। ਤੇ ਇਹ ਕੀ ਹੈਗਾ? ਇਟਸ ਏ ਸ਼ਰਬ। ਤੇ ਇਹਦਾ ਜਿਹੜਾ ਸਟੈਮ ਹੁੰਦਾ ਹੈ ਵੀਕ, ਬਟ ਇਹ ਟਰੰਕ ਨਹੀਂ ਬਣਦਾ, ਥਿਕ ਨਹੀਂ ਹੁੰਦਾ, ਉਂਝ ਸਪੋਰਟ ਕਰਦਾ ਹੈ। ਆ ਤੁਸੀਂ ਸਾਰਿਆਂ ਨੇ ਵੇਖਿਆ, ਇਹਦੇ ਵਿੱਚ ਵੀ ਟਰੰਕ ਨਹੀਂ ਬਣਦਾ। ਕਿਹੜਾ ਪਲਾਂਟ ਹੈ ਇਹ? ਦਿਸ ਇਜ਼ ਰੋਜ਼। ਰੋਜ਼ ਕਮ ਅੰਡਰ ਦਾ ਕੈਟਾਗਰੀ ਆਫ ਸ਼ਰਬ, ਠੀਕ ਹੈ। ਚਲੋ ਹੁਣ ਅਗਲਾ ਤਾਂ ਤੁਹਾਨੂੰ ਪਤਾ ਹੀ ਹੋਣਾ। ਦਿਸ ਇਜ਼ ਟਰੀ। ਟਰੀ ਦੇ ਵਿੱਚ ਬੇਟੇ ਇੱਕ ਚੀਜ਼ ਯਾਦ ਰੱਖੋ, ਜਿਹਦਾ ਸਟੈਮ ਸਟ੍ਰੇਟ ਹੋਊਗਾ ਤੇ ਅਨਬ੍ਰਾਂਚਡ ਹੋਊਗਾ, ਅਨਬ੍ਰਾਂਚਡ, ਠੀਕ ਹੈ, ਉਹਨੂੰ ਕਹਿੰਦੇ ਆ ਕੌਡੈਕਸ। ਉਸ ਸਟੈਮ ਨੂੰ ਕੀ ਬੋਲਦੇ ਆ? ਕੌਡੈਕਸ। ਐਗਜ਼ਾਮਪਲ ਦਿਓ। ਇੱਕ ਤਾਂ ਤੁਹਾਡੇ ਸਾਹਮਣੇ ਹੀ ਹੈ ਕੌਡੈਕਸ, ਠੀਕ ਹੈ। ਇਹ ਹੈਗਾ ਪਾਮ ਟਰੀ। ਫੋਰ ਐਗਜ਼ਾਮਪਲ ਦਿਓ ਬਈ ਜਿਹਦੀ ਬ੍ਰਾਂਚਿੰਗ ਨਹੀਂ ਹੁੰਦੀ। ਸਰ ਕੋਕੋਨਟ ਟਰੀ। ਕੋਕੋਨਟ ਟਰੀ। ਹੋਰ ਇੱਕ ਆਪਣੇ ਏਰੀਏ ਚ ਹੈ, stem is weak but it's unbranched. ਸਰ ਪਪਾਇਆ। ਪਪਾਇਆ। ਹੋਰ ਵੈਰੀ ਗੁੱਡ, ਬਹੁਤ ਐਗਜ਼ਾਮਪਲਸ ਆ ਰਹੀਆਂ। ਮੈਂ ਸਾਇੰਟਿਫਿਕ ਨੇ ਬਨਾਨਾ ਇਜ਼ ਨਾਟ ਅ ਸਟੈਮ ਬੇਟੇ। ਚਲੋ ਮੈਂ ਦੱਸਦਾ ਤੁਹਾਨੂੰ। ਗੰਨਾ ਵੇਖਿਆ? ਸੈਕਰਮ। ਸੈਕਰਮ ਸਾਇੰਟਿਫਿਕ ਨੇਮ ਚਲੋ ਫਿਰ ਦੱਸ ਦਿਆਂਗਾ। ਜਿਹੜਾ ਗੰਨਾ ਹੈ ਉਹ ਵੀ ਕੌਡੈਕਸ ਹੈ। ਜਿਹੜਾ ਬੈਂਬੂ ਹੈ ਦੈਟਸ ਆਲਸੋ ਕੌਡੈਕਸ। ਉਹਦੇ ਵਿੱਚ ਵੀ ਕਦੇ ਬ੍ਰਾਂਚਿੰਗ ਨਹੀਂ ਹੁੰਦੀ। ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ। ਹੁਣ ਆਹ ਵੇਖੋ ਬਈ, ਇਹ ਖਾਸ ਕਿਸਮ ਦਾ ਸਟੈਮ ਦਿਖ ਰਿਹਾ ਨਾ ਤੁਹਾਨੂੰ, ਐਕਸਕਰੰਟ ਫਾਰਮ ਆਫ ਟਰੰਕ। ਇਹਦੇ ਵਿੱਚ ਬੱਚੇ ਯਾਦ ਰੱਖਿਓ ਵੀ ਜਿਹੜਾ ਸਟੈਮ ਹੈ ਨਾ, ਇਹਦੀ ਬ੍ਰਾਂਚਿੰਗ ਹੁੰਦੀ ਜਾਂਦੀ ਹੈ, ਬਟ ਉਹ ਫਰਦਰ ਬ੍ਰਾਂਚਿੰਗ ਨਹੀਂ ਹੁੰਦੀ ਉਹਦੇ ਵਿੱਚ। ਇੱਥੇ ਬ੍ਰਾਂਚਿਸ ਐਂਡ ਹੋ ਜਾਂਦੀਆਂ। ਇਹਦੀ ਸ਼ੇਪ ਨਾ ਇੱਕ ਕੋਨ ਸ਼ੇਪ ਹੋ ਜਾਂਦਾ, ਕੋਨ ਸ਼ੇਪ, ਠੀਕ ਹੈ।
ਤਾਂ ਇਹ ਹੈ ਤਾਂ ਵੈਸੇ ਜਿਮਨੋਸਪਰਮਿਕ ਤੁਹਾਨੂੰ ਸ਼ੋ ਕਰ ਰਹੇ ਹਾਂ, ਕਿਉਂਕਿ ਮੈਨੂੰ ਐਂਜੀਓਸਪਰਮਿਕ ਦੀ ਕਿਸੇ ਦੀ ਵਧੀਆ ਪਿਕ ਨਹੀਂ ਲੱਭੀ, ਇਹ ਪਾਈਨਸ ਹੈ। ਬਟ ਜਿਮਨੋਸਪਰਮਿਕ ਵਿੱਚ ਵੀ ਇਹ ਕੋਨ ਸ਼ੇਪ ਹੋ ਜਾਂਦੇ ਹੈ, ਇਹਨਾਂ ਨੂੰ ਐਕਸਕਰੰਟ ਫਾਰਮ ਆਫ ਟਰੰਕ ਕਿਹਾ ਜਾਂਦਾ ਹੈ। ਦਿਸ ਇਜ਼ ਕਾਲਡ ਐਜ਼ ਐਕਸਕਰੰਟ ਫਾਰਮ ਆਫ ਟਰੰਕ। ਠੀਕ ਹੈ, ਹੁਣ ਆ ਜਾਓ ਬਈ, ਇਹਦੇ ਵਿੱਚ ਬੜੀ ਖਾਸ ਚੀਜ਼ ਹੈ, ਇਹ ਚ ਟਰੰਕ ਹੀ ਗਾਇਬ ਹੋ ਜਾਂਦੀ ਹੈ ਉੱਤੇ ਜਾ ਕੇ। ਠੀਕ ਹੈ, ਇਹ ਕਿਹੜਾ ਟਰੀ ਹੈ ਬਈ? ਦਿਸ ਇਜ਼ ਬਨੀਅਨ ਟਰੀ। ਠੀਕ ਹੈ, ਸ਼ਾਇਦ ਸਾਇੰਟਿਫਿਕ ਨੇਮ ਇਜ਼ ਫਿਕਸ ਰਿਲੀਗਿਓਸਾ, ਤੇ ਬਨੀਅਨ ਟਰੀ ਹੈ, ਸੌਰੀ ਹਾਂ ਬਨੀਅਨ। ਤੇ ਇਹਦਾ ਟਰੰਕ ਗਾਇਬ ਹੋ ਜਾਂਦਾ ਉੱਪਰ ਜਾ ਕੇ, ਉੱਪਰ ਸਿਰਫ ਬ੍ਰਾਂਚਿਸ ਹੁੰਦੀਆਂ ਇਹਦੀਆਂ, ਕਾਫੀ ਜਿਹੜੀਆਂ ਬ੍ਰਾਂਚਿਸ ਹੁੰਦੀਆਂ ਤੇ ਬਹੁਤ ਜ਼ਿਆਦਾ ਏਰੀਆ ਕਵਰ ਕਰਦਾ ਹੈ। ਇਸ ਤਰ੍ਹਾਂ ਦੇ ਸਟੈਮ ਨੂੰ ਕਹਿੰਦੇ ਆ ਡੈਲੀਕੁਸ਼ੈਂਟ ਸਟੈਮ। ਦਿਸ ਇਜ਼ ਕਾਲਡ ਐਜ਼ ਡੈਲੀਕੁਸ਼ੈਂਟ ਸਟੈਮ। ਅੱਗੇ ਆ ਜਾਓ ਬਈ, ਹੁਣ ਤੁਸੀਂ ਆਹ ਚੀਜ਼ ਵੇਖ ਰਹੇ ਹੋ, ਵਟ ਇਜ਼ ਦਿਸ? ਦਿਸ ਇਜ਼ ਇਫੋਰਬੀਆ। ਠੀਕ ਹੈ, ਇਹਦੇ ਚ ਤੁਹਾਨੂੰ ਮੈਂ ਇੱਕ ਕਾਮਨ ਐਗਜ਼ਾਮਪਲ ਵੀ ਦੱਸੂਗਾ। ਇਹ ਹੈਗੀ ਹੈ ਟ੍ਰੇਲਰਸ। ਇਹਦਾ ਸਟੈਮਨਾ ਅੱਗੇ 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 ਤੁਰਿਆ ਜਾਂਦਾ ਹੈ, ਬਟ ਥੱਲੇ ਨਾ ਉਹਦੀ ਕਿਤੇ ਰੂਟਿੰਗ ਨਹੀਂ ਹੁੰਦੀ। ਇਹਦੀ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੱਸਦਾ ਹਾਂ। ਜਿਹੜੇ ਪਿੰਡਾਂ ਵਾਲੇ ਬੱਚੇ ਹੈ ਉਹਨਾਂ ਨੂੰ ਪੱਕਾ ਪਤਾ ਹੋਣਾ, ਕਿਉਂਕਿ ਪਿੰਡਾਂ ਵਾਲਿਆਂ ਨੂੰ ਬਾਇਓ ਬਹੁਤ ਛੇਤੀ ਸਮਝ ਲੱਗਦੀ ਹੈ, ਕਿਉਂਕਿ ਉਹਨਾਂ ਨੇ ਸਾਰਾ ਕੁਝ ਵੇਖਿਆ ਹੁੰਦਾ ਹੈ। ਤੁਸੀਂ ਕੋੜਤੁੰਮਾ ਵੇਖਿਆ? ਕੋੜਤੁੰਮੇ ਦਾ ਪਲਾਂਟ, ਉਹ ਇੱਕ ਜਗ੍ਹਾ ਤੋਂ ਉਹਦੀ ਰੂਟ ਸਟੈਮ ਨਿਕਲਦਾ ਹੈ, ਚਾਰੋਂ ਪਾਸੇ ਸਟੈਮ ਫੈਲਦਾ ਜਾਂਦਾ ਹੈ। ਜੇ ਤੁਸੀਂ ਇੱਕ ਸਿਰੇ ਤੋਂ ਚੱਕ ਲਓ ਨਾ, ਜਿੱਥੇ ਰੂਟ ਆ ਉੱਥੋਂ ਤੱਕ ਸਿੱਧਾ ਚੱਕਿਆ ਜਾਊਗਾ ਉਹ, ਕਿਉਂਕਿ ਵਿਚਾਲੇ ਕਿਤੇ ਵੀ ਰੂਟਸ ਨਹੀਂ ਬਣਦੀਆਂ, ਤੇ ਜਿਹੜੀਆਂ ਬਹੁਤ ਸਾਰੀਆਂ ਉਹਦੀਆਂ ਬ੍ਰਾਂਚਿਸ ਹੈ ਉਹ ਅੱਗੇ ਅੱਗੇ ਤੁਰੀਆਂ ਜਾਂਦੀਆਂ, ਕਾਫੀ ਦੂਰ ਤੱਕ ਤੁਰੀਆਂ ਜਾਂਦੀਆਂ। ਤੇ ਇਹਨਾਂ ਨੂੰ ਕਹਿੰਦੇ ਆ ਟ੍ਰੇਲਰਸ, ਟ੍ਰੇਲਿੰਗ ਔਨ ਦਾ ਸਰਫੇਸ, ਵੀ ਜ਼ਮੀਨ ਦੇ ਉੱਤੇ ਘਿਸ ਘਿਸ ਕੇ ਚੱਲਦੇ ਆ। ਦੀਜ਼ ਆਰ ਦਾ ਟ੍ਰੇਲਰਸ। ਇਹ ਮੈਂ ਲੋਕਲੀ ਫੋਟੋ ਲਈ ਹੈ ਬੇਟੇ ਇੱਥੋਂ ਹੀ, ਆਪਣੇ ਘਰ ਕੋਲੋਂ ਹੀ। ਤਾਂ ਦੀਜ਼ ਆਰ ਦਾ ਟ੍ਰੇਲਰਸ ਐਂਡ ਇਟਸ ਇਫੋਰਬੀਆ। ਆ ਤੁਸੀਂ ਸਾਰਿਆਂ ਨੇ ਵੇਖਿਆ ਕ੍ਰੀਪਰਸ, ਇਹ ਟ੍ਰੇਲਰਸ ਦੇ ਉਲਟ ਹੁੰਦੇ ਆ, ਚਲਦੇ ਤਾਂ ਇਹ ਵੀ ਸਰਫੇਸ ਤੇ ਹੈ, ਪਰ ਜਿੱਥੇ ਜਿੱਥੇ ਨੋਡਸ ਹੁੰਦੀਆਂ ਨਾ, ਉੱਥੇ ਉੱਥੇ ਇਹਨਾਂ ਦੀਆਂ ਰੂਟਸ ਨਿਕਲਦੀਆਂ ਆਉਂਦੀਆਂ। ਠੀਕ ਹੈ, ਇਹਨਾਂ ਦੀਆਂ ਰੂਟਸ ਉੱਥੇ ਨਿਕਲਦੀਆਂ ਆਉਂਦੀਆਂ। ਦੀਜ਼ ਆਰ ਦਾ ਟ੍ਰੇਲਰਸ, ਸੌਰੀ ਕ੍ਰੀਪਰਸ, ਦੀਜ਼ ਆਰ ਦਾ ਕ੍ਰੀਪਰਸ। ਹੁਣ ਆ ਗਏ ਟਵਾਈਨਰਸ। ਇਹ ਤੁਸੀਂ ਸਾਰਿਆਂ ਨੇ ਵੇਖਿਆ ਆ ਬਈ ਟਵਾਈਨਰਸ। ਜੇ ਤੁਸੀਂ ਖੇਤ ਜਾਂਦੇ ਹੋ ਤਾਂ ਨਰਮੇ ਦੇ ਉੱਤੇ ਇੱਕ ਵੇਲ ਜੀ ਚੜੀ ਹੁੰਦੀ ਹੈ, ਉਹ ਹੁੰਦੀ ਹੈ ਕਨਵਾਲਵੁਲਸ, ਉਹ ਘੁੰਮ ਘੁੰਮ ਕੇ ਉੱਪਰ ਚੜ ਜਾਂਦੀ ਹੈ। ਤਾਂ ਜਿਹੜੇ ਟਵਾਈਨਰਸ ਹੈ, ਇਹ ਜਿਹੜੇ ਹੈਗੇ ਆ ਕਿਸੇ ਵੀ ਸਪੋਰਟ ਦੇ ਰਾਉਂਡ ਜਿਹੜੇ ਮਤਲਬ ਕਿ ਟਵਾਈਨ ਕਰਦੇ ਆ, ਉਹਦੇ ਦੁਆਲੇ ਘੁੰਮਦੇ ਆ, ਉੱਪਰ ਚੜ ਜਾਂਦੇ ਆ। ਤਾਂ ਦੀਜ਼ ਆਰ ਦਾ ਵੀਕ ਸਟੈਮ ਪਲਾਂਟਸ ਵੇਅਰ ਸਟੈਮ ਟਵਾਈਨ ਅਰਾਊਂਡ ਦਾ ਸਪੋਰਟ, ਕਿਸੇ ਸਪੋਰਟ ਦੇ ਰਾਉਂਡ ਘੁੰਮ ਕੇ ਉੱਪਰ ਚੜ ਜਾਂਦੇ ਆ ਬਈ। ਠੀਕ ਹੈ, ਦੈਨ ਬਈ ਅਗਲੇ ਆਪਾਂ ਵੇਖਦੇ ਆ ਕਲਾਈਂਬਰਸ। ਦੀਜ਼ ਆਰ ਦਾ ਕਲਾਈਂਬਰਸ, ਇਹ ਇਹਨਾਂ ਦਿਨਾਂ 'ਚ ਬਹੁਤ ਦਿਖਦੇ ਆ। ਤੋਰੀ, ਕੱਦੂ, ਕਰੇਲਾ, ਤੁਸੀਂ ਵੇਖਿਆ ਹੋਣਾ, ਇਹਨਾਂ ਦੇ ਥ੍ਰੈਡ ਲਾਈਕ ਸਟਰਕਚਰਸ ਹੁੰਦੇ ਆ। ਇਹ ਥ੍ਰੈਡ ਲਾਈਕ ਸਟਰਕਚਰ ਸਪੋਰਟ ਦੇ ਰਾਉਂਡ ਲੱਗਦੇ ਆ ਤੇ ਸਟੈਮ ਨੂੰ ਉੱਪਰ 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 ਲਈ ਜਾਂਦੇ ਆ, ਤੇ ਇਹ ਜਿਹੜੇ ਹੈਗੇ ਆ ਉੱਪਰ ਲੈ ਕੇ ਜਾਂਦੇ ਆ ਬਈ। ਦੈਨ ਬਈ ਅਗਲੀ ਟਾਈਪ ਹੈਗੀ ਹੈ, ਦੀਜ਼ ਆਰ ਦਾ ਲਿਆਨਾਸ। ਇਹ ਸਪੋਰਟ ਨਾਲ ਉੱਪਰ ਤਾਂ ਚੜ੍ਹਦੇ ਆ, ਪਰ ਬਾਅਦ ਦੇ ਵਿੱਚ ਇਹ ਵੁਡੀ ਹੋ ਜਾਂਦੇ ਆ, ਥਿਕ ਐਂਡ ਵੁਡੀ ਹੋ ਜਾਂਦੇ ਆ। ਠੀਕ ਹੈ, ਇਹ ਆ ਵੇਖੋ, ਇੱਕ ਆ ਐਗਜ਼ਾਮਪਲ ਲਈਏ, ਇੱਕ ਆ ਵੇਖੋ, ਇਹ ਸਪੋਰਟ ਨਾਲ ਉੱਪਰ ਚੜਿਆ ਤੇ ਵੁਡੀ ਹੋ ਗਿਆ। ਹੁਣ ਇਹਨੂੰ ਇੱਥੋਂ ਸਪੋਰਟ ਦੀ ਲੋੜ ਨਹੀਂ, ਉੱਪਰ ਹੀ ਇਹ ਆਪਦਾ ਜਿਹੜਾ ਟਾਈ ਕਰ ਲੂਗਾ ਪਲਾਂਟ ਨਾਲ, ਤੇ ਉੱਪਰ ਉੱਪਰ ਇਹ ਚੱਲਦੇ ਜਾਣਗੇ। ਇਸ ਤੋਂ ਬਾਅਦ ਆ ਗਏ ਬੇਟੇ ਐਪੀਫਾਈਟਸ। ਐਪੀਫਾਈਟਸ ਕੀ ਹੈ? ਇਹ ਸਪੇਸ ਲਈ ਪਲਾਂਟਸ ਤੇ ਚੜ ਜਾਂਦੇ ਆ। ਕਈ ਵਾਰੀ ਤੁਸੀਂ ਵੇਖਿਆ ਹੋਣਾ ਟਰੀ ਦੇ ਉੱਤੇ ਕੋਈ ਹੋਰ ਪਲਾਂਟ ਲੱਗਿਆ ਹੋਵੇ, ਠੀਕ ਹੈ, ਟਰੀ ਦੇ ਉੱਪਰ ਲੱਗਿਆ ਹੋਇਆ, ਦੀਜ਼ ਆਰ ਦਾ ਐਪੀਫਾਈਟਸ। ਤਾਂ ਇਹ ਕਾਹਦੇ ਲਈ ਜਾਂਦੇ ਆ? ਸਪੇਸ ਲਈ। ਤਾਂ ਇਹ ਜਿਹੜਾ ਪਲਾਂਟ ਹੈਗਾ, ਇਹ ਹੈਗਾ ਵੈਂਡਾ, VANDA, ਵੈਂਡਾ। ਦਿਸ ਇਜ਼ ਵੈਂਡਾ। ਤਾਂ ਬੇਟੇ ਇਹ ਜਿਹੜੇ ਤੁਸੀਂ ਮਤਲਬ ਕਿ ਇਹਨਾਂ ਦੇ ਰਿਲੇਟਡ ਐਗਜ਼ਾਮਪਲ ਤੁਸੀਂ ਜ਼ਰੂਰ ਨਾਲ ਯਾਦ ਕਰਨੀ ਹੈ। ਮੈਂ ਇੱਕ ਟੇਬਲ ਤੁਹਾਨੂੰ ਅੱਜ ਸ਼ਾਮ ਨੂੰ ਭੇਜ ਦਿਆਂਗਾ, ਜਿਹਦੇ ਵਿੱਚ ਸਾਰੇ ਜਿਹੜੇ ਆਪਣੇ ਟਰਮਨੋਲੋਜੀ ਦੇ ਨਾਲ ਇੱਕ ਇੱਕ ਐਗਜ਼ਾਮਪਲ ਹੋਊਗੀ, ਇੱਕ ਇੱਕ ਦੋ ਦੋ ਜਾਂ ਤਿੰਨ ਤਿੰਨ ਜਿੰਨੀਆਂ ਵੀ ਮੈਨੂੰ ਮਿਲੀਆਂ, ਤਾਂ ਉਹ ਐਗਜ਼ਾਮਪਲਸ ਤੁਹਾਨੂੰ ਭੇਜ ਦੂੰਗਾ। ਨੀਟ ਦੇ ਵਿੱਚ ਹਮੇਸ਼ਾ ਇਹਦੇ ਚੋਂ ਇਹੀ ਕੁਐਸਚਨ ਆਊਗਾ, ਤੁਹਾਨੂੰ ਇਹਦੀ ਐਗਜ਼ਾਮਪਲ ਪੁੱਛੀ ਜਾਊਗੀ। ਜਿਵੇਂ ਦੇ ਦੇਣਗੇ ਵੈਂਡਾ ਇਜ਼ ਐਨ ਐਗਜ਼ਾਮਪਲ ਆਫ, ਆਪਸ਼ਨਸ ਆ ਜਾਣਗੀਆਂ ਕਲਾਈਂਬਰ, ਟਵਿਨਰ, ਕ੍ਰੀਪਰ ਔਰ ਐਪੀਫਾਈਟਸ।
ਤਾਂ ਤੁਸੀਂ ਉੱਥੇ ਕੀ ਟਿਕ ਕਰਨਾ ਹੈ, ਐਪੀਫਾਈਟਸ। ਜਾਂ ਉੱਥੇ ਕੁਐਸਚਨ ਨੂੰ ਘੁਮਾ ਫਿਰਾ ਕੇ ਪੁੱਛਦੇ ਹੁੰਦੇ ਆ ਤੇ ਐਗਜ਼ਾਮਪਲਸ ਹਮੇਸ਼ਾ ਜਿਹੜੇ ਨਾਮ ਹੈ ਉਹ ਤੋਂ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਇਹ ਕਿਸ ਪਲਾਂਟ ਬਾਰੇ ਗੱਲ ਕਰਦਾ ਪਿਆ। ਤੇ ਇੱਕ ਚੀਜ਼ ਯਾਦ ਰੱਖੋ, ਇਹਦੇ ਰਿਲੇਟਡ ਤੁਹਾਨੂੰ ਕੁਐਸਚਨ ਜ਼ਰੂਰ ਹੋਣਾ ਹੈ, ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਪੜ੍ਹਨਾ ਹੈ। ਤਾਂ ਇਹ ਆਪਾਂ ਆਪਣੇ ਕੋਲ ਟਾਈਮ ਬਹੁਤ ਥੋੜਾ ਰਹਿ ਗਿਆ, ਅੱਗੋਂ ਮੈਂ ਲਾਈਫ ਸਪੈਨ ਤੁਹਾਨੂੰ ਕਰਾਉਣਾ ਸੀ ਪਲਾਂਟਸ ਦਾ। ਤਾਂ ਇਹ ਐਪੀਫਾਈਟਸ ਹੈ ਬਈ। ਫੋਰ ਸਪੇਸ ਪਿੱਛੇ ਚੱਲਦੇ ਹਾਂ ਆਪਾਂ, ਥੀਸ ਆਰ ਦਾ ਲਿਆਨਾਸ ਜਿਨ੍ਹਾਂ ਦਾ ਸਟੈਮ ਜੋ ਹੈ ਵੁੱਡੀ ਹੋ ਜਾਂਦਾ ਹੈ। ਉਸ ਤੋਂ ਬਾਅਦ ਇਹ ਹੈਗੇ ਕਲਾਈਂਬਰ, ਥ੍ਰੈਡ ਲਾਈਕ ਸਟਰਕਚਰਸ ਨਾਲ ਉੱਪਰ ਚੜ੍ਹਦੇ ਹੈ। ਇਹ ਤੁਹਾਡੇ ਕੋਲ ਟਵਾਈਨਰਸ ਹੈ ਜਿਹੜੇ ਟਵਿਨ ਕਰਦੇ ਆ, ਘੁੰਮਦੇ ਆ ਰੱਸੇ ਦੀ ਤਰ੍ਹਾਂ ਕਿਸੇ ਵੀ ਸਪੋਰਟ ਦੇ ਰਾਉਂਡ। ਇਹ ਕਰੀਪਰਸ ਹੈ, ਸਟੈਮ ਸਰਫੇਸ ਤੇ ਹੀ ਚੱਲਦਾ ਹੈ ਤੇ ਜਿੱਥੇ ਇਹਦੀਆਂ ਨੋਡਸ ਹੁੰਦੀਆਂ ਉੱਥੋਂ ਰੂਟਸ ਨਿਕਲ ਜਾਂਦੀਆਂ। ਇਹ ਤੁਹਾਡੇ ਕੋਲ ਟ੍ਰੇਲਰਸ ਹੈ, ਦੇ ਟ੍ਰੇਲ ਔਨ ਦਾ ਸਰਫੇਸ, ਇਹਨਾਂ ਦੇ ਰੂਟਸ ਨਹੀਂ ਨਿਕਲਦੀਆਂ, ਇਹ ਸਰਫੇਸ ਦੇ ਉੱਤੇ ਚੱਲਦੇ ਜਾਂਦੇ ਹੈ। ਇਹ ਡੈਲੀਕੁਸ਼ੈਂਟ ਹੈ, ਥੋੜੀ ਦੂਰ ਜਾ ਕੇ ਸਟੈਮ ਗਾਇਬ ਹੋ ਜਾਂਦਾ ਹੈ ਤੇ ਉੱਪਰ ਬ੍ਰਾਂਚਿਸ ਹੀ ਰਹਿ ਜਾਂਦੀਆਂ। ਇਹ ਐਕਸਕ੍ਰੈਂਟ ਫਾਰਮ ਆਫ ਟਰੰਕ ਹੈ, ਇਹਨਾਂ ਦੀਆਂ ਬ੍ਰਾਂਚਿਸ ਹੁੰਦੀਆਂ ਤੇ ਇਹ ਬ੍ਰਾਂਚਿਸ ਅੱਗੋਂ ਫਰਦਰ ਬ੍ਰਾਂਚਿਸ ਨਹੀਂ ਹੁੰਦੀ ਜਿਹਦੇ ਕਰਕੇ ਕੋਨ ਸ਼ੇਪ ਹੋ ਜਾਂਦੀ ਹੈ। ਇਹ ਕੌਰਡੈਕਸ ਹੈ ਜਿਹਦਾ ਸਟੈਮ ਹਮੇਸ਼ਾ ਸਿੱਧਾ ਰਹਿੰਦਾ ਹੈ, ਇਹਦੇ